Hello guys, welcome to Lockdown Tech Study YouTube channel. So today is the topic of tree topology. Last video ਆਪਾਂ ਦੇਖੀ ਸੀ ਕਿ mesh topology ਕੀ ਹੁੰਦੀ ਹੈ ਤੇ ਕਿਸ ਤਰ੍ਹਾਂ ਵਰਕ ਕਰਦੀ ਆ। ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਡਿਸਕ੍ਰਿਪਸ਼ਨ ਬਾਕਸ ਤੇ ਆਈ ਬਟਨ ਵਿੱਚ ਲਿੰਕ ਦੇ ਦਾਂਗੀ, ਚੈੱਕ ਆਊਟ ਜ਼ਰੂਰ ਕਰ ਲੈਣਾ। ਸੋ ਜਲਦੀ ਨਾਲ ਦੇਖਦੇ ਹਾਂ ਕਿ tree topology ਕੀ ਹੁੰਦੀ ਆ। ਸੋ ਦੇਖੋ ਇਹ ਇੱਕ ਡਾਇਗਰਾਮ ਬਣਾਇਆ ਹੋਇਆ ਹੈ tree topology ਦਾ। ਦੇਖੋ ਇਹ ਦਿਖਣ ਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਕਿ ਕੋਈ ਟਰੀ ਹੁੰਦਾ ਹੈ, ਜਿਸ ਤਰ੍ਹਾਂ ਕਿ ਟਰੀ ਦੀਆਂ ਕੁਝ ਸ਼ਾਖਾਂ ਜਿੱਦਾਂ ਬਣੀਆਂ ਹੋਈਆਂ ਹੁੰਦੀਆਂ ਆ, ਇਹ ਉਸ ਤਰ੍ਹਾਂ ਲੱਗ ਰਿਹਾ ਆ। ਸੋ ਇਸ ਕਰਕੇ ਇਹਦਾ ਨਾਮ ਜਿਹੜਾ ਆ tree topology ਪਿਆ ਆ। ਸੋ ट्री टोपोलॉजी ਦੇ ਵਿੱਚ ਵੀ ਆਪਾਂ ਇੱਕ ਸੈਂਟਰਲ ਹੱਬ ਯੂਜ਼ ਕਰਦੇ ਆ। ਜਿਸ ਤਰ੍ਹਾਂ ਆਪਾਂ ਸਟਾਰ ਟੋਪੋਲॉजी ਦੇ ਵਿੱਚ ਇੱਕ ਸੈਂਟਰਲ ਹੱਬ ਯੂਜ਼ ਕਰਦੇ ਸੀ ਤੇ ਸੈਂਟਰਲ ਹੱਬ ਦਾ ਕੰਮ ਕੀ ਹੁੰਦਾ ਸੀਗਾ, ਉਹੀ ਸਾਰਾ ਕੁਝ ਜਿਹੜਾ ਸੀ ਕੰਟਰੋਲ ਕਰਦਾ, ਮਤਲਬ ਕਿ ਜਿੰਨਾ ਵੀ ਟ੍ਰੈਫਿਕ ਹੁੰਦਾ ਸੀ ਉਹ ਸਾਰਾ ਕੰਟਰੋਲ ਕੌਣ ਕਰਦਾ ਸੀ, ਸੈਂਟਰਲ ਹੱਬ ਕਰਦੀ ਸੀ। ਜੇ ਕਿਸੇ ਪੀਸੀ ਨੇ ਕਿਸੇ ਅਨਦਰ ਪੀਸੀ ਨੂੰ ਡੇਟਾ ਸੈਂਡ ਕਰਨਾ ਹੁੰਦਾ ਸੀ ਤਾਂ ਉਹਨੂੰ ਸਭ ਤੋਂ ਪਹਿਲਾਂ ਡੇਟਾ ਜਿਹੜਾ ਸੀ ਸੈਂਟਰਲ ਹੱਬ ਨੂੰ ਸੈਂਡ ਕਰਨਾ ਪੈਂਦਾ ਸੀ ਤੇ ਸੈਂਟਰਲ ਹੱਬ ਅੱਗੇ ਜਿਹੜਾ ਡੇਟਾ ਜਿਹੜਾ ਸੀ ਫਾਰਵਰਡ ਕਰਦਾ ਸੀਗਾ। ਸੋ ਇਹ ਹੁੰਦਾ ਹੈ ਸੈਂਟਰਲ ਹੱਬ। ਸੋ ਇਸੇ ਕਰਕੇ ਸਟਾਰ ਟੋਪੋਲॉजी ਵਾਂਗ ਹੀ ਟਰੀ ਟੋਪੋਲॉजी ਦੇ ਵਿੱਚ ਵੀ ਸੈਂਟਰਲ ਹੱਬ ਲਗਾਇਆ ਜਾਂਦਾ। ਸੋ ਇਸ ਕਰਕੇ ਆਪਾਂ ਇਹਦਾ ਫਰਸਟ ਪੁਆਇੰਟ ਲਿਖ ਸਕਦੇ ਹਾਂ, ਟਰੀ ਟੋਪੋਲॉजी is the variation of star topology। star topology ਦੀ ਵੇਰੀਏਸ਼ਨ ਆ ਕਿਉਂਕਿ ਇਹਦੇ ਵਿੱਚ ਵੀ ਜਿਹੜਾ ਆ ਸੈਂਟਰਲ ਹੱਬ ਯੂਜ਼ ਕੀਤਾ ਜਾਂਦਾ ਆ ਆਪਸ ਵਿੱਚ ਪੀਸੀ ਨੂੰ ਕਨੈਕਟ ਕਰਨ ਦੇ ਲਈ। ਸੋ ਇਹਦੇ ਆਪਾਂ ਫਰਸਟ ਪੁਆਇੰਟ ਲਿਖ ਦਿੱਤਾ, tree topology is the variation of star topology। ਹੁਣ ਦੇਖੋ ਇਹਦੇ ਵਿੱਚ ਜਿਹੜਾ ਡੇਟਾ ਆ ਉਹ hierarchically flow ਹੋ ਰਿਹਾ ਹੈ। hierarchically means ਟੌਪ ਟੂ ਬਾਟਮ ਫਲੋ ਹੋ ਰਿਹਾ ਆ। ਇਸ ਕਰਕੇ ਆਪਾਂ ਇਸ ਨੂੰ ਲਿਖ ਸਕਦੇ ਹਾਂ, this topology, this network have hierarchical flow of data। ਕਿ ਇਹਦੇ ਵਿੱਚ ਜਿਹੜਾ ਡੇਟਾ ਆ hierarchically flow ਹੁੰਦਾ is that ਆਪਾਂ ਇੱਥੇ ਲਿਖ ਦਿੰਦੇ ਹਾਂ ਇਹਨੂੰ top to bottom, ਕਿ top to bottom ਜਿਹੜਾ ਡੇਟਾ ਇਹਦੇ ਵਿੱਚ flow ਹੁੰਦਾ ਆ। ਸੋ ਹੁਣ ਦੇਖੋ ਇਹਦੇ ਵਿੱਚ ਇੱਕ ਸੈਂਟਰਲ ਹੱਬ ਯੂਜ਼ ਕੀਤੀ ਗਈ ਹੈ, ਇੱਕ ਸੈਕੰਡਰੀ ਹੱਬ। ਇਹਦਾ ਕੀ ਮਤਲਬ ਆ, ਦੇਖੋ ਸੈਂਟਰਲ ਹੱਬ ਹੋ ਗਿਆ ਕਿ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਹੋ ਗਿਆ ਗ੍ਰੈਂਡਫਾਦਰ, ਸੈਂਟਰਲ ਹੱਬ ਹੋ ਗਈ ਗ੍ਰੈਂਡਫਾਦਰ, ਔਰ ਇਹ ਹੋ ਗਏ ਫਾਦਰ, ਇਹ ਹੋ ਗਏ ਉਹਨਾਂ ਦੇ ਚਾਈਲਡਸ। ਮੀਨਸ ਕਿ ਇਹਦੇ ਵਿੱਚ ਜਿਹੜੀ ਸੈਂਟਰਲ ਹੱਬ ਆ ਉਹ ਸਾਰਿਆਂ ਦਾ ਜਿੱਦਾਂ ਮਤਲਬ ਕਿ ਸਾਰਾ ਕੁਝ ਕੰਟਰੋਲ ਕਰ ਰਿਹਾ, ਮੈਨੇਜ ਕਰਨ ਦਾ ਕੰਮ ਜਿਹੜਾ ਹੈ ਸਭ ਤੋਂ ਜ਼ਿਆਦਾ ਉਹ ਸੈਂਟਰਲ ਹੱਬ ਕਰ ਰਿਹਾ, ਕਿ ਜੋ ਵੀ ਇਸ ਨੈਟਵਰਕ ਦਾ ਮੁਖੀਆ ਕਹਿ ਸਕਦੇ ਹੋ ਤੁਸੀਂ, ਸੈਂਟਰਲ ਹੱਬ ਉਹ ਉਹਦਾ ਕੰਮ ਕਰ ਰਿਹਾ ਆ। ਤੇ ਸੈਕੰਡਰੀ ਹੱਬ ਇਹਦੇ ਦੋ ਛੋਟੇ ਛੋਟੇ ਪਾਰਟਸ ਲਗਾਏ ਗਏ ਆ ਜਿਹਦੇ ਨਾਲ ਕਿ ਜ਼ਿਆਦਾਤਰ ਡਿਵਾਈਸਿਸ ਜਿਹੜੀਆਂ ਆ ਉਹ ਕਨੈਕਟਡ ਹੁੰਦੀਆਂ ਆ। ਜ਼ਿਆਦਾਤਰ ਕਨੈਕਟਡ ਡਿਵਾਈਸਿਸ ਸੈਕੰਡਰੀ ਹੱਬ ਦੇ ਨਾਲ ਹੁੰਦੀਆਂ ਆ ਔਰ ਜਿਹੜੀ ਸੈਕੰਡਰੀ ਹੱਬ ਆ ਉਹ ਮੇਨ ਸੈਂਟਰਲ ਹੱਬ ਦੇ ਨਾਲ ਕਨੈਕਟਡ ਹੁੰਦੀ ਆ। ਸੋ ਇਸ ਕਰਕੇ ਆਪਾਂ ਇਹਦਾ ਪੁਆਇੰਟ ਲਿਖ ਸਕਦੇ ਆ, the various ਤੇ ਸੈਕੰਡਰੀ ਹੱਬ ਬਹੁਤ ਸਾਰੀਆਂ ਹੋ ਸਕਦੀਆਂ ਹੈ, ਸੈਂਟਰਲ ਹੱਬ ਇੱਕ ਹੀ ਹੁੰਦੀ ਆ। ਸੈਕੰਡਰੀ ਹੱਬ, the various secondary hubs are connected with central hub and the various devices, the majority of devices are connected with secondary hubs। ਸੋ ਇੱਥੇ ਕੀ ਪੁਆਇੰਟ ਬਣਿਆ ਕਿ ਜਿਹੜਾ ਆਪਣਾ ਸੈਕੰਡਰੀ ਹਬਸ ਹੁੰਦੀਆਂ, ਸੈਕੰਡਰੀ ਹਬਸ ਇੱਥੇ ਦੋ ਲਗਾਈਆਂ, ਇਸ ਤੋਂ ਜ਼ਿਆਦਾ ਵੀ ਹੋ ਸਕਦੀਆਂ ਆ। ਸੋ ਇਹ ਜਿਹੜੀਆਂ ਸੈਕੰਡਰੀ ਹਬਸ ਆ ਇਹ ਸਾਰੀਆਂ ਸੈਂਟਰਲ ਹਬ ਇੱਕ ਹੀ ਹੁੰਦੀ ਆ, ਉਹਦੇ ਨਾਲ ਕਨੈਕਟਡ ਹੁੰਦੀਆਂ ਆ। और जिन्ने भी अपने वर्क स्टेशन ਜਾਂ ਫਿਰ ਨੋਡ ਕਹਿ ਸਕਦੇ ਹੋ ਜਾਂ ਫਿਰ ਕੰਪਿਊਟਰ ਕਹਿ ਸਕਦੇ ਹੋ, ਉਹ ਸਾਰੇ ਜਿਹੜੇ ਆ ਸੈਕੰਡਰੀ ਹਬ ਦੇ ਨਾਲ ਕਨੈਕਟਡ ਹੁੰਦੇ ਆ ਤੇ ਸੈਕੰਡਰੀ ਹਬਸ ਹਮੇਸ਼ਾ ਜਿਹੜੀ ਆ ਸੈਂਟਰਲ ਹਬ ਦੇ ਨਾਲ ਕਨੈਕਟਡ ਹੁੰਦੀ ਆ। the various secondary hubs are connected to a central hub and the majority of the devices are connected to the secondary hubs। so ਇਸ ਕਰਕੇ ਇਹ ਇਹਦਾ ਥਰਡ ਪੁਆਇੰਟ ਬਣ ਜਾਂਦਾ ਆ।
ਹੁਣ ਇਹਦੇ ਵਿੱਚ ਜਿਹੜਾ ਡੇਟਾ ਆ ਉਹ ਇਸ ਤਰ੍ਹਾਂ ਸੈਂਡ ਹੋ ਰਿਹਾ ਹੈ, ਇਹਦੇ ਵਿੱਚ ਸੈਂਟਰਲ ਹਬ ਜਿਹੜੀ ਆ ਉਹ ਹਮੇਸ਼ਾ ਐਕਟਿਵ ਰਹਿੰਦੀ ਆ। ਸੋ ਆਪਾਂ ਇੱਥੇ ਲਿਖ ਦਿੰਦੇ ਆ ਸੈਂਟਰਲ ਹਬ ਜਿਹੜੀ ਆ ਹਮੇਸ਼ਾ ਐਕਟਿਵ ਰਹਿੰਦੀ ਆ, ਤੇ ਜਿਹੜੇ ਸੈਕੰਡਰੀ ਹਬਸ ਹੁੰਦੀਆਂ ਆ ਉਹ ਹਮੇਸ਼ਾ ਐਕਟਿਵ ਔਰ ਪੈਸਿਵ ਦੋਨੋਂ ਰਹਿ ਸਕਦੀਆਂ ਨੇ, ਐਕਟਿਵ ਔਰ ਪੈਸਿਵ। ਠੀਕ ਹੈ, ਸੋ ਇਹ ਹੋ ਗਿਆ ਆਪਣਾ ਸੈਂਟਰਲ ਹਬ। ਇਹਦੀਆਂ ਨਾਲ ਹੀ ਆਪਾਂ ਐਡਵਾਂਟੇजेस ਐਂਡ ਡਿਸਐਡਵਾਂਟੇजेस ਵੀ ਦੇਖ ਲੈਂਦੇ ਕਿ ਕੀ ਹੋ ਸਕਦੀਆਂ ਨੇ। ट्री टोपोलॉजी ਦੀਆਂ ਐਡਵਾਂਟੇजेस ਐਂਡ ਡਿਸਐਡਵਾਂਟੇजेस ਦੀ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਦੇਖੋ ਕਿ ਇਹਦੇ ਵਿੱਚ ਅਗਰ ਆਪਾਂ ਡੇਟਾ ASPC ਨੂੰ ਸੈਂਡ ਕਰਨਾ ਆ, ASPC ਨੇ ਡੇਟਾ ਸੈਂਡ ਕਰਨਾ ਆ, ਤਾਂ ਉਹ ਸਭ ਤੋਂ ਪਹਿਲਾਂ ਜਿਹੜਾ ਹੈ ਸੈਂਟਰਲ ਹਬ ਨੂੰ ਸੈਂਡ ਕਰੇਗਾ। ਸੈਂਟਰਲ ਹਬ ਜਿਹੜਾ ਹੈ ਸੈਂਡ ਕਰੇਗੀ ਸੈਕੰਡਰੀ ਹਬ ਨੂੰ, ਔਰ ਸੈਕੰਡਰੀ ਹਬ ਜਿਹੜਾ ਹੈ ASPC ਨੂੰ ਡੇਟਾ ਸੈਂਡ ਕਰੇਗੀ। ਸੋ ਇਹਦੇ ਵਿੱਚ ਕੀ ਆ ਮਤਲਬ ਕਿ ਮਲਟੀਪਲ ਪੀਸੀ ਜਿਹੜੇ ਆਪਾਂ ਅਟੈਚ ਕਰ ਸਕਦੇ ਆ, ਮਲਟੀਪਲ ਪੀਸੀ ਆਪਾਂ ਕਨੈਕਟ ਕੀਤੇ ਹੋਏ ਆ। ਇਟ ਮੀਨਸ ਇਹ ਇੱਕ ਤਰ੍ਹਾਂ ਦੀ ਐਡਵਾਂਟੇਜ ਹੋ ਜਾਂਦੀ ਆ in this network we can attach more devices ਕਿ more devices ਆਪਾਂ ਜਿਹੜੀਆਂ ਇਹਦੇ ਵਿੱਚ ਐਡ ਕਰ ਸਕਦੇ ਆ। ਸੋ ਸੈਕਿੰਡ ਇਹਦੀ ਆਪਾਂ ਕੀ ਹੋ ਜਾਂਦੀ ਆ ਕਿ ਇਹ ਜਿਹੜੀ ਆ ट्री टोपोलॉजी आ वो आइसोलेट आ। आइसोलेट मीन्स किदा कि जे सेंट्रल हब ए आ, सेंट्रल हब ਤਾਂ ਇੱਕ ਹੀ ਹੋਵੇਗੀ, ਸੈਕੰਡਰੀ ਹਬਸ ਕਿੰਨੀਆਂ ਹੋ ਸਕਦੀਆਂ ਆ। ਸੋ ਅਗਰ ਇਹਦੇ ਵਿੱਚ ਆਪਾਂ ਪ੍ਰਾਇੋਰਟੀ ਦੇਖੀ ਜਾਵੇ ਤਾਂ ਆ ਆਪਣੀ ਫਰਸਟ ਹੋ ਗਈ ਕਿ ਇਹ ਤੋਂ ਪਹਿਲਾਂ ਜਿਹੜੀ ਹੈ ਸਭ ਤੋਂ ਪਹਿਲਾਂ ਇਹ ਬਣੀ ਸੀਗੀ, ਸੈਕਿੰਡ ਇਹ ਬਣੀ ਸੀ, ਇਸ ਤੋਂ ਅੱਗੇ ਹੋ ਸਕਦੀ ਥਰਡ ਫੋਰਥ ਫਿਫਥ। ਸੋ ਇਹਦੇ ਵਿੱਚ ਇੱਕ ਪ੍ਰਾਇੋਰਟੀ ਡਿਸਾਈਡ ਹੋ ਜਾਂਦੀ ਕਿ ਤੁਸੀਂ ਪ੍ਰਾਇੋਰਟੀ ਵਾਈਜ਼ ਹੀ ਜਿਹੜਾ ਡੇਟਾ ਹੈ ਉਹ ਸੈਂਡ ਕਰਦੇ ਆ। ਇਟ ਮੀਨਸ ਕਿ ਜਿਹੜਾ ਡੇਟਾ ਸੈਂਡ ਕਰਨਾ ਬਹੁਤ ਹੀ ਆਸਾਨ ਹੋ ਜਾਂਦਾ ਆ। ਸੋ ਇਸ ਕਰਕੇ ਆਪਾਂ ਕਹਿ ਸਕਦੇ ਆ ਦ ਨੈਟਵਰਕ is isolated और priority wise। ठीक है, सो ये डेटा ਜਿਹੜਾ ਆ ਉਹ ਇਸ ਤਰ੍ਹਾਂ ਸੈਂਡ ਹੁੰਦਾ ਆ। ਸੋ ਡਿਸਐਡਵਾਂਟੇजेस ਦੀ ਜੇ ਫਸਟ ਪੁਆਇੰਟ ਗੱਲ ਕਰੀਏ ਤਾਂ ਇਹਦੇ ਵਿੱਚ ਜਿਸ ਤਰ੍ਹਾਂ ਕਿ ਸਟਾਰ ਟੋਪੋਲॉजी ਦੇ ਵਿੱਚ ਸੀ ਕਿ ਸੈਂਟਰਲ ਹਬ ਅਗਰ ਆਪਣੀ ਖਰਾਬ ਹੋ ਜਾਂਦੀ ਹੈ ਤਾਂ ਇਟ ਮੀਨਸ ਸਾਰਾ ਦਾ ਸਾਰਾ ਨੈਟਵਰਕ ਹੀ ਫੇਲ ਹੋ ਜਾਂਦਾ ਆ। ਸੋ ਇਹਦੇ ਵਿੱਚ ਵੀ ਸੇਮ ਇਹੀ ਹੈ ਕਿ ਸੈਂਟਰਲ ਹਬ ਅਗਰ ਫੇਲ ਹੁੰਦੀ ਆ ਤਾਂ ਨੈਟਵਰਕ ਜਿਹੜਾ ਸਾਰਾ ਦਾ ਸਾਰਾ ਫੇਲ ਹੋ ਜਾਵੇਗਾ। ਸੋ ਲਿਖ ਸਕਦੇ ਹਾਂ ਪੁਆਇੰਟ ਇਫ ਦਾ central hub is fail then entire network is failure। पूरा का पूरा नेटवर्क ही फेल हो जाएगा अगर अपना सेंट्रल हब फेल हो जाता है। सैकेंड पॉइंट ये कह सकते हैं कि ये जिन्नियां आप सैकेंडरी हब ज़्यादा तो ज़्यादा लगाते जावांगे ये हब की ते केबलिंग की कॉस्ट जी उन्नी दी ज़्यादा इंक्रीज होती जाएगी। सो आप लिख सकते हैं हायर केबलिंग एंड हब्स कॉस्ट। सो ये सीगा अपना ट्री टोपोलॉजी। मिलते हैं आप नेक्स्ट वीडियो दे विच। थैंक यू सो मच।